ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਜੋਗਿੰਦਰ ਸਿੰਘ ਗਿੱਲ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਰਣਜੀਤ ਸਿੰਘ ਗਿੱਲ ਸਰਪੰਚ, ਸੁਰਿੰਦਰ ਕੌਰ, ਗੁਰਮੀਤ ਸਿੰਘ, ਅਮਰਬੀਰ ਸਿੰਘ, ਅਮਰਜੀਤ ਕੌਰ, ਜਸਪ੍ਰੀਤ ਕੌਰ, ਜਾਗ੍ਰਿਤੀ ਪਟੇਲ, ਬਲਦੇਵ ਸਿੰਘ ਢਿੱਲੋਂ, ਨਿਰਮਲਜੀਤ ਕੌਰ, ਗੁਰਸੇਵਕ ਸਿੰਘ ਗਿੱਲ, ਨਵਜੀਤ ਕੌਰ, ਕਿਰਨਬੀਰ ਕੌਰ ਗਿੱਲ, ਮੰਨਤ ਗਿੱਲ, ਅਰਮਾਨ ਗਿੱਲ, ਆਰਸ਼ ਗਿੱਲ, ਹਰਪ੍ਰੀਤ ਸਿੰਘ ਢਿੱਲੋਂ, ਪ੍ਰਦੀਪ ਸਿੰਘ ਢਿੱਲੋਂ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਫੇਜ਼ 11 ਮੁਹਾਲੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਜੋਗਿੰਦਰ ਸਿੰਘ ਗਿੱਲ ਜੀ ਦਾ ਜਨਮ ਦਫੇਦਾਰ ਸਰਦਾਰ ਉਜਾਗਰ ਸਿੰਘ ਗਿੱਲ ਹੋਣਾ ਦੇ ਘਰ ਮਾਤਾ ਬਾਲ ਕੌਰ ਹੋਣਾ ਦੀ ਕੁੱਖੋਂ 11 ਨਵੰਬਰ 1938 ਨੂੰ ਪਿੰਡ ਰਤੋਵਾਲ ਗੁਰਦਾਸਪੁਰ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। 10ਵੀਂ ਆਪ ਜੀ ਨੇ ਬੁਰਜ ਸਾਹਿਬ ਹਾਈ ਸਕੂਲ ਤੋਂ ਕੀਤੀ। ਉਪਰੰਤ ਆਪ ਜੀ 20 ਸਾਲ ਬ੍ਰਿਟਿਸ਼ ਇੰਡੀਆ ਵੂਲਨ ਮਿਲ ਧਾਰੀਵਾਲ ਵਿਖੇ ਕਲਰਕ ਦੀ ਨੌਕਰੀ ਕਰਦੇ ਰਹੇ। ਆਪ ਜੀ ਦਾ ਵਿਆਹ ਸਨ 1962 ਵਿੱਚ ਸਰਦਾਰਨੀ ਸਵਰਨ ਕੌਰ ਹੋਣਾ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 3 ਪੁੱਤਰਾਂ ਰਣਜੀਤ ਸਿੰਘ ਗਿੱਲ, ਗੁਰਮੀਤ ਸਿੰਘ ਅਤੇ ਅਮਰਬੀਰ ਸਿੰਘ ਅਤੇ ਇੱਕ ਪੁੱਤਰੀ ਸੁਰਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਵੱਡੇ ਬੇਟੇ ਸਰਦਾਰ ਰਣਜੀਤ ਸਿੰਘ ਗਿੱਲ ਪਿੰਡ ਜਗਤਪੁਰਾ ਦੇ ਸਰਪੰਚ ਹਨ ਅਤੇ ਆਪ ਜੀ ਦੇ ਦੂਸਰੇ ਬੇਟੇ ਸਰਦਾਰ ਗੁਰਮੀਤ ਸਿੰਘ ਜੀ ਆਪਣੇ ਕੰਮ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਉੱਚ ਬੁਲੰਦੀਆਂ ਨੂੰ ਛੂ ਰਹੇ ਹਨ, ਜਦੋਂ ਕਿ ਆਪ ਜੀ ਦੇ ਤੀਸਰੇ ਬੇਟੇ ਅਮਰਬੀਰ ਸਿੰਘ ਗਿੱਲ USA ਵਿਖੇ ਆਪਣੇ ਪਿਤਾ ਜੀ ਦੇ ਨਾਮ ਨੂੰ 4 ਚੰਨ ਲਗਾ ਰਹੇ ਹਨ ਅਤੇ ਆਪ ਜੀ ਦੀ ਬੇਟੀ ਸਰਦਾਰਨੀ ਸੁਰਿੰਦਰ ਕੌਰ ਆਪਣੇ ਸਹੁਰੇ ਘਰ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀ ਹੈ। ਸਰਦਾਰ ਜੋਗਿੰਦਰ ਸਿੰਘ ਗਿੱਲ ਵੂਲਨ ਮਿਲ ਵਿੱਚ 20 ਸਾਲ ਟ੍ਰੇਡ ਯੂਨੀਅਨ ਦੇ ਮੈਂਬਰ ਵੀ ਰਹੇ ਅਤੇ ਆਪ ਜੀ ਪਿੰਡ ਰਤੋਵਾਲ ਦੇ ਮੈਂਬਰ ਪੰਚਾਇਤ ਵੀ ਰਹੇ। 1980 ਵਿੱਚ ਆਪ ਜੀ ਨੇ ਵੂਲਨ ਮਿਲ ਤੋਂ ਰਿਟਾਇਰਮੈਂਟ ਲੈਣ ਉਪਰੰਤ ਯੂਪੀ ਵਿਖੇ ਜਾ ਕੇ ਸ਼ਾਹਜਹਾਨਪੁਰ ਵਿਖੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸਮੇਂ ਦੌਰਾਨ ਆਪ ਜੀ ਗੁਰਦੁਆਰਾ ਨਾਨਕੀਪੁਰ ਸਾਹਿਬ ਵਿਖੇ ਸਟੇਟ ਸੈਕਟਰੀ ਵਜੋਂ ਸੇਵਾ ਨਿਭਾਉਂਦੇ ਰਹੇ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਆਪ ਜੀ ਇੱਕ ਗੁਰਸਿੱਖ ਸਨ। 1994 ਵਿੱਚ ਆਪ ਜੀ ਸ਼ਾਹਜਹਾਨਪੁਰ ਤੋਂ ਜਗਤਪੁਰ ਮੁਹਾਲੀ ਵਿਖੇ ਆ ਵਸੇ ਅਤੇ ਇੱਥੇ ਆ ਕੇ ਆਪ ਜੀ ਨੇ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ। ਆਪ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ। ਆਪ ਜੀ ਉੱਘੇ ਸਮਾਜ ਸੇਵੀ ਸਨ ਅਤੇ ਹਰ ਇੱਕ ਦੀ ਮਦਦ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਧਨੋਂ ਕਰਿਆ ਕਰਦੇ ਸਨ। ਹੈਲਥ ਮਿਨਿਸਟਰ ਸਰਦਾਰ ਬਲਬੀਰ ਸਿੰਘ ਜੀ ਹੁਣਾਂ ਨਾਲ ਆਪ ਜੀ ਦੇ ਭਰਾਵਾਂ ਵਰਗੇ ਸੰਬੰਧ ਸਨ ਅਤੇ ਲੰਮੇ ਸਮੇਂ ਤੋਂ ਆਪ ਜੀ ਇੱਕ ਦੂਸਰੇ ਨਾਲ ਜੁੜੇ ਹੋਏ ਸਨ ਅਤੇ ਸਰਦਾਰ ਬਲਬੀਰ ਸਿੰਘ ਜੀ ਵੀ ਆਪਣੇ ਛੋਟੇ-ਛੋਟੇ ਕੰਮਾਂ ਦੀ ਸਲਾਹ ਸਰਦਾਰ ਜੋਗਿੰਦਰ ਸਿੰਘ ਗਿੱਲ ਪਾਸੋਂ ਲਿਆ ਕਰਦੇ ਸਨ। ਸਰਦਾਰ ਜੋਗਿੰਦਰ ਸਿੰਘ ਗਿੱਲ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਨੂੰ ਗਾਣੇ ਅਤੇ ਕਵਿਤਾ ਲਿਖਣ ਦਾ ਬਹੁਤ ਸ਼ੌਂਕ ਸੀ। ਇਸ ਕਰਕੇ ਆਪ ਜੀ ਨੂੰ ਲਾਲ ਚੰਦ ਜਮਲਾ ਜੱਟ ਅਵਾਰਡ ਨਾਲ ਵੀ ਨਿਵਾਜਿਆ ਗਿਆ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਇਨ੍ਹਾਂ ਸਾਰੇ ਚੰਗੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਬਹੁਤ ਹੀ ਨੇਕ ਹਨ, ਸੰਸਕਾਰੀ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। जो गावे
चलिए दुख सो क्यों विसरे मेरी माए सो क्यों विसरे मेरी माए साचा साहेब सजनाए साचा साहेब सजनाए जीवा बिसरे मर जा जीवा बिसरे मर जा सतनाम श्री वाहिगुरु सतनाम श्री वाहिगुरु सतनाम श्री वाहिगुरु सतनाम श्री वाहिगुरु साचे नाम की तेरा प्याई जपो साचे नाम की तेरा प्याई आँख तके कीमत नहीं पाई आँख तके कीमत नहीं पाई जे सब मिल के आखड़ पाए जे सब मिल के आखड़ पाए वटा न होवे काट न जाए वटा न होवे काट न जाए जीना बिसरे मर जा जीना बिसरे मर जा सतनाम श्री वाहिगुरु सतनाम श्री वाहिगुरु सतनाम श्री वाहिगुरु सतनाम श्री वाहिगुरु ना मरे ना होवे सोग ना मरे ना होवे सोग ना ना मरे ना होवे सोग ना मरे ना मरे ना होवे सोग ना ना होवे सोग देना रहे न चुके भोग देना रहे न चुके भोग बोले हो नहीं कोई गुण हो नहीं कोई ना
खसम विसारे के काम जात खसम विसारे के काम जात नानक नावे बात सनात नानक नावे बात सनात सतनाम श्री वाहिगुरु 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 वाहिगुरु सतनाम श्री वाहिगुरु सतनाम श्री वाहिगुरु सतनाम श्री वाहिगुरु सतनाम श्री वाहिगुरु आका जीवा विसरे मर जा आका जीवा विसरे मर जा विसरे मर जा विसरे मर जा अब की बार बख्श बंदे को बहर न पाओ जल फेरा अब की बार बख्श बंदे को बहर न पाओ जल फेरा जपो सारे आपकी बार बख्श बंदे को बहर न पाओ जग फेरा 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 अब की बार बख्श बंदे को बहर न पाओ जग फेरा देवी कावा जियो घर में है तो बसे पंच किरसाना देवी कावा जियो घर में है तो बसे पंच किरसाना नैनो नक्की तू सर्वनो रसपत इंद्री कहया न माना अब की बार बख्श बंदे को और न पाओ जग फेरा अब
की बार बख्श बंदे को बोल न पाऊं जग फेरा। बाबा अपना बसोए गाँव, अपना बसोए गाँव। बाबा अपना बसोए गाँव, बसोए गाँव, बसोए गाँव। बाबा अपना बसोए गाँव, अपना बसोए गाँव। करी करी काले का मांगे कायत चेतु नाओ। करी करी काले का मांगे कायत चेतु नाओ। आपकी बात बख्श बंदे को बोल न पाऊं जग फेरा। आपकी बात बख्श बंदे को बोल न पाऊं जग फेरा।
फेरा और न पाओ जग फेरा और न पाओ जग फेरा ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਕੇ ਚਰਨ ਕਮਲਾਂ ਪਾਸ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਇ ਨਾ ਬੰਧੈ ਧੀਰ ਦੇ ਮਹਾਵਾਕ ਅਨੁਸਾਰ ਆਪ ਜੀ ਕੇ ਦਰੋਂ ਘਰੋਂ ਭੇਜੇ ਹੋਏ ਸਰਦਾਰ ਜੋਗਿੰਦਰ ਸਿੰਘ ਜੀ ਗਿੱਲ ਜਿਨ੍ਹਾਂ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਉਸ ਨੂੰ ਭੋਗਦਿਆਂ ਹੋਇਆਂ ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ ਪਰਲੋਕ ਗਮਨ ਕਰ ਗਏ। ਤਿਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੂਹ ਦੀ ਕਲਿਆਣ ਵਾਸਤੇ ਪਰਿਵਾਰ ਵੱਲੋਂ ਆਪ ਜੀ ਕੇ ਚਰਨਾਂ ਦਾ ਓਟ ਆਸਰਾ ਲਿਆ। ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਸਤਿਗੁਰੂ ਜੀ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ ਦੇ ਮਹਾਵਾਕ ਅਨੁਸਾਰ ਇਲਾਹੀ ਬਾਣੀ ਦਾ ਕੀਰਤਨ ਹੋਇਆ ਹੈ ਜੀ। ਸਮੁੱਚੀ ਸੇਵਾ ਨਿਭਾਉਂਦਿਆਂ ਕੀਰਤਨ ਕਰਦਿਆਂ ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਪੜ੍ਹੀ ਸੁਣੀ ਅੰਮ੍ਰਿਤ ਬਾਣੀ ਦਾ ਫਲ ਭਾਵ ਵਿਛੜੀ ਰੂਹ ਨੂੰ ਬਖਸ਼ਣਾ ਜੀ ਗਰੀਬ ਨਵਾਜ ਲੇਖਾ ਕਤਹਿ ਨਾ ਛੁਟੀਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭੌਜਲ ਫੇਰਾ। ਆਪ ਜੀ ਨੇ ਕਿਰਪਾ ਕਰਨੀ ਗਰੀਬ ਨਵਾਜ ਸਤਿਗੁਰੂ ਜੀ ਭੌਜਲ ਫੇਰੇ ਤੋਂ ਬਚਾ ਕਰਕੇ ਸਦੀਵੀ ਚਰਨਾਂ 'ਚ ਨਿਵਾਸ ਬਖਸ਼ਣਾ ਕਲਿਆਣ ਕਰਨੀ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ ਦਰੋਂ ਘਰੋਂ ਨਾਮ ਦਾਨ ਇਸ਼ਨਾਨ ਦੀ ਦਾਤ ਬਖਸ਼ਣੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੀ ਸਭ ਨੂੰ ਦਰੋਂ ਘਰੋਂ ਨਾਮ ਦਾਨ ਇਸ਼ਨਾਨ ਦੀ ਦਾਤ ਬਖਸ਼ਣੀ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਗਰੀਬ ਨਵਾਜ ਆਪ ਜੀ ਕੇ ਹਜ਼ੂਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਰ ਸਰ ਕੇ ਹਾਜ਼ਰ ਹੈ। ਕਲੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਪਾਣ ਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਜਪੇ ਪਾਵਨ ਸ੍ਰੀ ਮੁਖ ਵਾਕ ਬਖਸ਼ ਕਰਕੇ ਨਿਹਾਲ ਕਰੋ ਜੀ। ਮੁਖ ਵਾਕ ਤੇ ਚੱਲਣ ਦੀ ਸਮਰੱਥਾ ਬਖਸ਼ੋ ਸੇ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋਨੇਹਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਭਵ ਜਲ ਫੇਰਾ ਹਰ ਬਿਨ ਰਹਿ ਨ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਭਵ ਜਲ ਫੇਰਾ ਰਹਾਉ ਮੇਰਾ ਹੀਅਰ ਲੋਚ ਲੱਗੇ ਪ੍ਰਭ ਕੇਰੇ ਹਰ ਨੈਨਹੁ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੇ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ
ਮਸਤਕ ਭਾਗ ਚੰਗੇਰਾ। ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨ ਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ ਭਾਗ ਮੰਦੇਰਾ। ਬਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਿਖੇਰਾ। ਬਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਿਖੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਾਧ ਸੰਗਤ ਜੀ, ਇਸ ਦਾਸ ਗਰੀਬ ਦੇ ਨਾਲ ਪਹਿਲਾਂ ਫਤਿਹ ਅੱਛਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਹੁਕਮ ਹੋਇਆ ਸੀ ਕਿ ਸਾਡੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਜੀ ਗਿੱਲ ਉਰਫ ਰਤਵਾਲ, ਇਹਨਾਂ ਦੇ ਬਾਰੇ ਸਾਡੇ ਵੀਰ ਰਣਜੀਤ ਸਿੰਘ ਗਿੱਲ ਜੀ ਉਹਨਾਂ ਨੇ ਇੱਕ ਨਿਮਾਣੇ ਜਿਹੇ ਸੱਦੇ ਦੇ ਉੱਤੇ, ਪੁਕਾਰ ਦੇ ਉੱਤੇ, ਸਾਧ ਸੰਗਤ ਜੀ ਆਪ ਗੁਰੂ ਘਰ ਦੇ ਵਿੱਚ ਆਏ ਹੋ। ਕੁੱਲ ਮਿਲਾ ਕੇ ਬੇਨਤੀਆਂ ਨੇ ਕਿ ਇਹ ਪਾਣਾ ਮਿੱਠਾ ਲੱਗੇ, ਪਰ ਕਿਵੇਂ ਬੜਾ ਔਖਾ ਦਵੰਦ ਹੈ। ਸਾਡੇ ਪਿਤਾ ਜੀ ਜੋਗਿੰਦਰ ਸਿੰਘ ਗਿੱਲ ਜੀ ਉਰਫ ਰਤਵਾਲ ਬੜੇ ਵਰਸਾਇਲ ਕਿਸਮ ਦੇ, ਬੜੇ ਫਰਮਾਮੈਂਟਲ ਵਿਅਕਤੀਤਾ ਵਾਲੇ ਵਿਅਕਤੀ ਸੀ, ਹੈ, ਰਹਿਣਗੇ। ਬੇਸ਼ੱਕ ਅਕਾਲ ਪੁਰਖ ਦੀ ਦਿੱਤੀ ਹੋਈ ਇਸ ਦੇਹ ਨੂੰ ਸਰੀਰਕ ਤੌਰ ਤੇ ਉਹ ਸਾਡੇ ਵਿੱਚੋਂ ਵਿਛੋੜਾ ਦੇ ਗਏ ਨੇ, ਪਰ ਉਹਨਾਂ ਦਾ ਬਹੁਤ ਕੁਝ ਅਭੁੱਲ, ਜੋ ਅਸੀਂ ਕਦੀ ਭੁੱਲ ਵੀ ਨਹੀਂ ਸਕਦੇ, ਬਹੁਤ ਕੁਝ ਸਾਡੇ ਕੋਲ ਹੈ ਉਹਨਾਂ ਦਾ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਉਹਨਾਂ ਦੀਆਂ ਸਮਾਜ ਨੂੰ ਸਮਰਪਿਤ ਸੇਵਾਵਾਂ ਜਿਹੜੀਆਂ ਸੀ, ਉਹਨਾਂ ਦੀ ਮਿਸਾਲ ਨੂੰ ਜਾਗਦੇ ਰੱਖੀਏ, ਤਾਜ਼ਾ ਰੱਖੀਏ। ਸਾਧ ਸੰਗਤ ਜੀ, ਜਿਵੇਂ ਆਪ ਜਾਣਦੇ ਹੋ ਕਿ ਸਾਡੇ ਇਲਾਕੇ ਦੇ ਰਹਿਨੁਮਾ, ਸਾਡੇ ਇਸ ਇਲਾਕੇ ਦੀ ਰੂਹੇ ਰਵਾਂ ਸਰਦਾਰ ਬਹਾਦਰ, ਸਰਦਾਰ ਬਲਬੀਰ ਸਿੰਘ ਜੀ ਸਿੱਧੂ ਮੰਤਰੀ ਸਾਹਿਬ ਅਤੇ ਉਹਨਾਂ ਦੇ ਹੋਰ ਵੀ ਬਹੁਤ ਸੰਗੀ ਸਾਥੀ ਮਾਇਆ ਨਾਜ਼ ਹਸਤੀਆਂ, ਇੱਕ ਤੋਂ ਇੱਕ ਵੱਧ ਕੇ ਮਾਇਆ ਨਾਜ਼ ਹਸਤੀ ਗੁਰੂ ਘਰ ਦੇ ਵਿੱਚ ਵਿਰਾਜਮਾਨ ਨੇ। ਵਡਭਾਗੇ ਹਾਂ ਅਸੀਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਗੋਦ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਬੈਠੇ ਹਾਂ, ਜੁੜ ਬੈਠੇ ਹਾਂ। ਇੱਕ ਤੋਂ ਇੱਕ ਵੱਧ ਜਦੋਂ ਗੁਰੂ ਘਰ ਦੇ ਵਿੱਚ ਆ ਜਾਂਦਾ ਹੈ ਤੇ ਉਹ ਮਾਇਆ ਨਾਜ਼ ਹਸਤੀ ਹੈ, ਬਹੁਤ ਵੱਡਾ ਵੱਡਪਣ ਹੈ। ਸਾਡੀ ਮਾਤਾ ਜੀ ਸਵਰਨ ਕੌਰ ਜੀ ਦਾ ਇਹ ਪਰਿਵਾਰ, ਸਾਡੇ ਗੁਰਬੀਰ ਸਿੰਘ ਜੀ, ਅਮਰਬੀਰ ਸਿੰਘ ਜੀ, ਸਾਡੇ ਭਾਈ ਸਾਹਿਬ ਔਰ ਇਹਨਾਂ ਦਾ ਬਹੁਤ ਵੱਡਾ ਪਰਿਵਾਰ। ਦਾਸ ਦੇ ਦਿਲ ਦੇ ਵਿੱਚ ਕਈ ਕਿਸਮ ਦੀਆਂ ਇਹ ਵਿਚਾਰਾਂ ਆ ਰਹੀਆਂ ਨੇ। ਮੈਂ ਤਾਂ ਬਚਪਨ ਤੋਂ ਹੀ ਇਹਨਾਂ ਦੇ ਹੱਥਾਂ ਵਿੱਚ ਪਲਿਆ,
खेडिया। इन्होंने बड़ा लंबा सफ़र किया गुरदासपुर डिस्ट्रिक्ट के पिंड रतवाल तो लैके हिंदुस्तान के कई स्टेटों के यूपी के बिहार के फिर ये सुंदर श्री चंडीगढ़ के आके इन्होंने निवास किया। 2 अगस्त को जो साढ़े तो सरीरक तौर पर इन्हों का विछोड़ा हो जाता है तो लगभग 82 साल 9 महीने ते 21 दिन का इस रेलगड्डी के उत्ते सुंदर सफ़र करके वो अपने संपूर्ण स्टेशन के उत्ते उतरे हैं। सो मैं बहुतियां गल्लां ना करता होया मैं अपने वीर सरदार परविंदर सिंह जी सरपंच बाजे तक तो उन्होंने बेनती करांगा कि वो पिता जी सरदार जोगिंदर सिंह जी गिल के बारे श्रद्धांजलि वंडो साढ़े नाल 2 शब्द साझे कर और उन्होंने तो बाद साड़ी बेनती होएगी कि असी अपने रूए रुआ साड़ी इस इलाके की महान हस्ती सरदार बलवीर सिंह जी सिद्धू साहब तो भी विचार आशीर्वाद श्रद्धांजलि ते प्यार प्राप्त करेंगे। चबल तख्त दे मालक गुरता गद्दी ते विराजमान सतगुरु उन्हां दी पवित्र गोद विच सब माई भाई अज कामरेड जोगिंदर सिंह जी उन्हां दी आखिरी अरदास विच जिन्ना जिन्ना भी तुसीं सेह मोह स्नेह रखण वाले माई भाई बिरध बालक इकट्ठे होए हो गुरु महाराज की फतेह बुलाओ। वाहिगुरू जी का खालसा वाहिगुरू जी की फतेह। कामरेड जोगिंदर सिंह जी दुनियावी रिश्तियां तो मेरे मामा जी सन जिन्हां ने अपनी जिंदगी विच बड़े वड्डे वड्डे संघर्ष भी किए ते परिवार नूं बड़े एक वधिया थां सैटल करके कारोबार नूं भी वधाया ते बच्चियां नूं वधिया संस्कार दिते। मुढ़ली जिंदगी गुरदासपुर छोटा जिहा पिंड रतोवाल साडे नाना जी सरदार जथेदार उजागर सिंह जी गिल उन्हां दे गृह विखे इन्हां दा जन्म होया। मैं इन्हां दी सूझ-बूझ दा सदका इन्हां ने जिहड़ी प्रेरणा लई उहदे बारे थोड़ा जिहा चानना पाउणा चाहुंदा कि उस टाइम ते किसे किसे जिमीदार दा जट बरादरी दा कोई कोठा पक्का हुंदा सी नहीं ते तकरीबन कोठे कच्चे सन। उस टाइम ते इन्हां दे फादर साहब ने जिहड़ा मकान बनाया सी बड़े वधिया तरीके दा ते पक्का जदों के परसां हुंदियां ही नहीं सन ते उस टाइम ते भी साडे नाना जी ने थाली विच कोले पा के ते उस टाइम ते उन्हां दे पेंट कोट दी जड़ी आ ओह करीज हुंदी सी। एडा वधिया परिवार सी। साडे मामा जी ने धारीवाल कपड़े दी मिल विच नौकरी कीती ते उत्थे भी एक A1 व्यक्ति बन के दसिया एक चंगा इंसान बन के दसिया। उस तो बाद जे यूपी विच जमीन लई ते उत्थे भी चंगियां बंदियां विच इन्हां दा नां सी। भावें वो कोई VIP स्टेज होवे ते जे किते कामरेड जोगिंदर सिंह गया होवे ते उहनूं सब तो पहलों टाइम दिता जांदा सी ते जिहड़े वो शब्द उत्थे वरतदे सन वो बैठे बंदे इस गल नूं मजबूर हो जांदे सी पुछण वास्ते भी कामरेड जी ये तुहां कित्थों सिखिया ते उस टाइम बड़े माण नाल कहिंदे सी भी मैं बादशाह प्यो दे घर जन्म लिया ते सारी उम्र बादशाही भोगी। उस तो मगरों इत्थे जगतपुर आ गए। सामने पई चीज़ नूं कोई दसन दी सबूत देण दी लोड़ नहीं पैंदी।
ਤੀਜੇ ਥਾਂ ਆਣ ਕੇ ਤੇ ਇੱਥੇ ਇਲੈਕਸ਼ਨ ਜਿੱਤ ਕੇ ਬੇਟੇ ਨੂੰ ਸਰਪੰਚ ਬਣਾਉਣਾ, ਇਹ ਇੱਕ ਚੰਗੇ ਪਿਓ ਦੀ ਸੋਚ ਦੀ ਬੜੀ ਵੱਡੀ ਨਿਸ਼ਾਨੀ ਆ। ਨਹੀਂ ਤੇ ਬਾਹਰ ਦਾ ਬੰਦਾ ਕਿਸੇ ਪਿੰਡ 'ਚ ਵੀ ਆਇਆ ਹੋਵੇ, ਖੀਰ ਤੇ ਪਿੰਡ ਵਾਲੇ ਏਕਾ ਕਰ ਲੈਂਦੇ ਨੇ ਵੀ ਨਹੀਂ ਇਹ ਬਾਹਰ ਦਾ ਬੰਦਾ, ਇਹਨੂੰ ਵੋਟ ਨਹੀਂ ਪਾਉਣੀ। ਉਹਨਾਂ ਨੇ ਇਹੋ ਜਿਹਾ ਇੱਥੇ ਵਰਤਾਰਾ ਕੀਤਾ ਕਿ ਜਗਤਪੁਰ ਤੇ ਹੈਤਪੁਰੀ ਮੁਹਾਲੀ ਦੇ ਵਿੱਚ ਆਪਣਾ ਨਾਂ ਬਣਾਇਆ। ਜਿਸ ਤਰ੍ਹਾਂ ਸਾਡੇ ਮਾਨਯੋਗ ਬਲਬੀਰ ਸਿੰਘ ਜੀ ਸਿੱਧੂ ਮੰਤਰੀ ਸਾਹਿਬ ਪੰਜਾਬ, ਇਹਨਾਂ ਨੇ ਫੈਮਿਲੀ ਰਿਲੇਸ਼ਨ ਬਣਾਏ, ਘਰੇਲੂ ਰਿਲੇਸ਼ਨ ਬਣਾਏ। ਤਕਰੀਬਨ 25 ਸਾਲ ਤੋਂ ਵੱਧ ਹੀ ਇਹਨਾਂ ਨਾਲ ਚੱਲਦਿਆਂ ਹੋ ਗਿਆ। ਉਹ ਚੰਗੇ ਮਾਂ ਦੇ ਬਾਪ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦਿੱਤੇ। ਤੇ ਰਣਜੀਤ ਸਿੰਘ ਗਿੱਲ ਇੱਥੋਂ ਦਾ ਸਰਪੰਚ ਬਣ ਕੇ ਤੇ ਆਪਣੀ ਵਧੀਆ ਡਿਊਟੀ ਵੀ ਨਿਭਾ ਰਿਹਾ ਤੇ ਇਲਾਕੇ 'ਚ ਵੀ ਉਹਨਾਂ ਦਾ ਨਾਂ। ਦੂਸਰੀ ਗੱਲ, ਜਦੋਂ ਕੋਈ ਸ਼ਖਸ ਚੜ੍ਹਾਈ ਕਰ ਜਾਂਦਾ, ਮੈਂ ਉਸ ਦਿਨ ਮੰਗਲਵਾਰ ਆਇਆ, ਵੇਖੋ ਮੌਤ ਸੋਮਵਾਰ ਜਿੱਦਣ ਇਹਨਾਂ ਦੀ ਮੌਤ ਹੁੰਦੀ ਆ 11 ਵਜੇ ਪਹਿਲੋਂ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਮਾਮਾ ਜੀ ਸਤਿ ਸ੍ਰੀ ਅਕਾਲ, ਤੇ ਮੈਨੂੰ ਅੱਗੋਂ ਬੜਾ ਹੱਸ ਕੇ ਕਹਿੰਦੇ ਭਣੇਵਿਆਂ ਠੰਡ ਪਾਤੀ ਓ, ਤੇ ਕਹਿੰਦਾ ਵੀ ਆਉਣਾ ਕਿੱਦਣ? ਮੈਂ ਕਿਹਾ ਮਾਮਾ ਜੀ ਪਰਸੋਂ, ਕੱਲ ਦਾ ਦਿਨ ਮੰਗਲਵਾਰ ਦਾ ਤੇ ਪਰਸੋਂ ਬੁੱਧਵਾਰ ਨੂੰ ਤੁਹਾਡੇ ਕੋਲ। ਤੇ ਮੈਨੂੰ ਕਹਿੰਦੇ ਵੀ ਉਦੋਂ ਨੂੰ ਫਿਰ ਖੇਡ ਕੋਈ ਹੋਰ ਵਰਤ ਜਾਣੀ ਹੈ। ਮੈਂ ਕਿਹਾ ਮਾਮਾ ਜੀ ਨਹੀਂ, ਇੱਕ ਦਿਨ ਦਾ ਸਮਾਂ ਸਿਰਫ ਤੇ ਪਰਸੋਂ ਤੁਹਾਡੇ ਕੋਲ। ਵੇਖੋ ਸਾਡੇ ਨਾਲ ਗੱਲ ਕਰਕੇ ਸਾਡੇ ਛੋਟੇ ਮਾਮਾ ਜੀ ਨਾਲ ਗੱਲ ਕੀਤੀ, ਉਹਨਾਂ ਤੋਂ ਮਗਰੋਂ ਗਿੱਲ ਸਾਹਿਬ ਦੀ ਉਹਨਾਂ ਦੀ ਪੋਤਰੀ ਨਿਰਮਲਜੀਤ, ਉਹਨਾਂ ਨੂੰ ਫੋਨ ਕਰਕੇ ਸੱਦਿਆ। 2 ਘੰਟੇ ਸਾਰੇ ਪਰਿਵਾਰ ਨਾਲ ਖੁੱਲੀਆਂ ਗੱਲਾਂ ਕੀਤੀਆਂ। 3 ਵਜੇ ਤੇ ਕਹਿੰਦੇ ਵੀ ਚਲੋ ਮੇਰੀ ਹੁਣ ਰੋਟੀ ਥੱਲੇ ਲੈ ਆਓ, ਮੇਰਾ ਖਾਣੇ ਦਾ ਟਾਈਮ ਹੋ ਗਿਆ। ਤੇ ਜਦੋਂ ਉਤਰਨ ਲੱਗੇ, ਉਹ ਸਾਡੀ ਬੇਟੀ ਨੇ ਪੁੱਛਿਆ ਬਾਪੂ ਜੀ ਕੋਈ ਹੋਰ ਗੱਲ? ਤੇ ਮੈਂ ਕਹਿੰਦਾ ਵੀ ਇਹਨਾਂ ਦੀ ਮੌਤ ਮਹਾਂਪੁਰਸ਼ਾਂ ਵਾਲੀ ਮੌਤ ਆ, ਜਾਣਾ ਤੇ ਇੱਕ ਦਿਨ ਸਾਰਿਆਂ ਹੀ। ਤੇ ਕਹਿੰਦਾ ਪੁੱਤ ਹੋਰ ਗੱਲ ਕਾਹਦੀ ਆ? ਅੱਜ ਬਾਬੇ ਨਾਲ ਗੱਲਬਾਤ ਹੋ ਗਈ ਆ, ਅਰਦਾਸ ਹੋ ਗਈ ਆ ਵੀ ਬਾਬਾ ਜੀ ਸਾਨੂੰ ਚੱਲਦੇ ਫਿਰਦੇ ਲੈ ਜਾਓ। ਤੇ ਵੇਖੋ ਥੱਲੇ ਉਤਰੇ, ਖਾਣਾ ਖਾਧਾ, ਅੱਧੇ ਘੰਟੇ ਦੇ ਵਿੱਚ ਹੀ ਡੈਥ ਹੋ ਗਈ। ਇਹੋ ਜਿਹੇ ਇਨਸਾਨ ਜਦੋਂ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਮਗਰੋਂ ਜਦੋਂ ਉਹਨਾਂ ਦੀ ਡੈਡ ਬਾਡੀ ਲੈ ਕੇ ਅਸੀਂ ਸ਼ਮਸ਼ਾਨ ਘਾਟ ਨੂੰ ਤੁਰਨੇ ਆ, ਤੇ ਜਿਹੜੇ ਮਗਰ ਲੋਕ ਜਾਂਦੇ ਨੇ ਉਹ ਆਪਣੀ ਤੱਕੜੀ ਤੇ ਉਹਨਾਂ ਦੇ ਜੀਵਨ ਦਾ ਲੇਖਾ ਜੋਖਾ ਕਰਦੇ ਨੇ। ਮੈਂ ਮੰਗਲਵਾਰ ਉੱਥੇ ਬੈਠਿਆਂ ਵੇਖਿਆ, ਮੇਰੇ ਪਿਤਾ ਸਮਾਨ ਬੈਠੇ ਨੇ ਬਜ਼ੁਰਗ, ਮੈਨੂੰ ਇਹਨਾਂ ਦੇ ਨਾਮ ਦਾ ਨਹੀਂ ਪਤਾ। ਇਹ ਉਸ ਵੇਲੇ ਕਹਿਣ ਕਿ ਇੱਕ ਸਾਡੇ ਕੋਲੋਂ ਹੀਰਾ ਖੁੱਸ ਗਿਆ, ਇੱਕ ਸਾਡੇ ਇਲਾਕੇ ਕੋ ਚੰਗੀ ਸੋਚ ਦਾ ਮਾਲਕ ਖੁੱਸ ਗਿਆ। ਉਹ ਇਹ ਤੇ ਰਾਇ ਬੜੀ ਵਧੀਆ ਦਿੰਦਾ ਸੀ, ਇਹਦੇ ਨਾਲ ਦਾ ਬੰਦਾ ਸਾਨੂੰ ਲੱਭਣਾ ਨਹੀਂ। ਸਾਨੂੰ ਤੇ ਐਉਂ ਲੱਗ ਰਿਹਾ ਕਿ ਅੱਜ ਸਾਡੇ ਗਲੀ ਮਹੱਲੇ ਦਾ ਇਲਾਕੇ ਦਾ ਬੋਝ ਹੈ। ਉਸ ਵੇਲੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਕੋਈ ਦੂਜਾ ਬੰਦਾ ਤਾਰੀਫ ਕਰੇ, ਲੋਕ ਜ਼ਰੂਰ ਤੱਕੜੀ ਚ ਵਾਜਦੇ ਨੇ। ਜੇ ਕੋਈ ਮਾੜੇ ਕਰਮ ਕਰਕੇ ਜਾਂਦਾ, ਲੋਕ ਉਹਦੇ ਮਗਰ ਵੀ ਜਾਂਦੇ ਨੇ ਤੇ ਤੁਰੇ ਜਾਂਦੇ, ਫਿਰ ਉਹਦਾ ਵੀ ਲੇਖਾ ਜੋਖਾ ਕਰਦੇ ਨੇ। ਤੇ ਉਦੋਂ ਫਿਰ ਲੋਕ ਕਹਿਣ ਤੋਂ ਮਜਬੂਰ ਹੋ ਜਾਂਦੇ ਨੇ। ਉਹ ਇੱਕ ਗੱਲ ਕਹਿੰਦੇ ਨੇ ਕਿ ਯਾਰ ਇਹ ਬੰਦੇ ਦੀ ਸੋਚ ਨਹੀਂ ਚੰਗੀ, ਇਹਨੇ ਸਾਰੀ ਉਮਰ ਕਿਤੇ ਮਹੱਲਾ ਨਹੀਂ ਇਕੱਠਾ ਹੋ ਕੇ ਬਹਿਣ ਦਿੱਤਾ, ਉਹ ਇਹਨੇ ਤੇ ਆਪਣੇ ਘਰ 'ਚ ਹੀ ਕਲੇਸ਼ ਪਾਈ ਰੱਖਿਆ। ਚਲੋ ਸ਼ੁਕਰ ਹੋ ਗਿਆ ਗਲੋਂ ਕਲੰਕ ਲੱਥਾ। ਇੱਥੋਂ ਇੱਕ ਸੇਧ ਲੈ ਕੇ ਜਾਣਾ ਚਾਹੀਦਾ ਕਿ ਚੰਗੇ ਕਰਮ ਕਰਕੇ ਜਾਈਏ ਕਿ ਮਗਰੋਂ ਸਾਨੂੰ ਇਹ ਦੇ ਲੋਕ ਕਹਿਣ ਕਿ ਸਾਡੇ ਗਲੀ ਮਹੱਲੇ ਦਾ ਬੋਝ ਢਹਿ ਗਿਆ, ਕਿਤੇ ਇਹ ਨਾ ਲੋਕ ਕਹਿਣ ਕਿ ਸਾਡੇ ਗਲੋਂ ਕਲੰਕ ਲੈ ਗਿਆ। ਇਹ ਨਾ ਗੱਲ ਕਹਿਣ। ਜਾਣਾ ਤੇ ਸਾਰੇ ਹੀ ਆ। ਦੇਖੋ ਬਾਣੀ ਦਾ ਫਰਮਾਨ ਹੁੰਦਾ ਕਿ ਬਾਸ਼ਤ ਨਾਹੀ ਸੋ ਬੇਰਾ ਆਈ ਨਾ ਮੇਟਨ ਕੋ ਸਮਰੱਥ। ਬਾਸ਼ਤ ਮੈਨੇ ਆ ਮੰਗਣਾ, ਬਾਸ਼ਤ ਮੈਨੇ ਆ ਚਾਹਣਾ, ਬਾਸ਼ਤ ਮੈਨੇ ਆ ਲੋਚਣਾ। ਤੇ ਅਸੀਂ ਧੀਆਂ ਪੁੱਤਰ ਤੇ ਲੋਚਨੇ ਆ
ਧਨ ਦੌਲਤਾਂ ਲੋਚਨੇ ਆ, ਅਸੀਂ ਮਹਿਲ ਮਾੜੀਆਂ ਕਈ ਕੁਛ ਲੋਚਨੇ ਆ, ਮੰਗਦੇ ਆ, ਪਰ ਇੱਕ ਚੀਜ਼ ਆ ਜਿਹੜੇ ਅਸੀਂ ਕਦੀ ਨਹੀਂ ਮੰਗਦੇ, ਪਰ ਭਾਵੇਂ ਅਸੀਂ ਮੰਗੀਏ ਤੇ ਭਾਵੇਂ ਨਾ ਮੰਗੀਏ ਉਹ ਸਾਨੂੰ ਮਿਲ ਜ਼ਰੂਰ ਜਾਂਦੀ। ਮੇਰਾ ਕਹਿਣ ਦਾ ਭਾਵ ਕਿ ਮੌਤ ਕੋਈ ਮੰਗਦਾ ਨਹੀਂ, ਪਰ ਮਿਲਦੀ ਹਰ ਵਿਅਕਤੀ ਨੂੰ ਆ। ਭਾਵੇਂ ਕੋਈ ਇੱਥੇ ਅਰਬਾਂਪਤੀ ਸੇਠ ਹੋਵੇ, ਉਹ ਕਿਤੇ ਆਖਰੀ ਦਮਾਂ ਤੇ ਆਇਆ ਹੋਵੇ ਤੇ ਉਹ ਕਿਤੇ ਵੈਦ ਸੱਦ ਲੈ, ਡਾਕਟਰ ਸੱਦ ਲੈ ਤੇ ਉਹ ਆਖੇ ਮੈਂ ਕਰੋੜਾਂ ਰੁਪਏ ਢੇਰੀ ਲਾ ਦੇਣਾ, ਮੇਰੇ ਕੋਈ 2 ਸਵਾਸ ਵਧਾ ਲਓ, ਕੋਈ ਦੁਨੀਆ ਦੀ ਤਾਕਤ ਨਹੀਂ ਭਈ ਉਹਦੇ 2 ਸਵਾਸ ਵਧਾ ਦੇ। ਕਬੀਰ ਸਾਹਿਬ ਦਾ ਫਰਮਾਨ, ਕਾਂਸ਼ੀ ਵਿੱਚ ਰਹਿੰਦੇ ਸਨ ਤੇ ਇੱਕ ਮਹੱਲੇ ਦੇ ਵਿੱਚ ਜਥਿਆਂ ਦੇ ਜਥੇ ਜਾਣ ਤੇ ਆਉਣ ਬੜੇ। ਕਬੀਰ ਸਾਹਿਬ ਪੁੱਛ ਬੈਠੇ ਭਈ ਭਲੇ ਲੋਕੋ ਇੱਧਰ ਜਥਿਆਂ ਦੇ ਜਥੇ ਜਾਂਦੇ ਤੇ ਆਉਂਦੇ ਨੇ, ਕਾਰਨ ਕੀ ਆ? ਉਹ ਇੱਕ ਕਹਿੰਦਾ ਕਿ ਇੱਥੇ 1 ਕਰੋੜਪਤੀ ਸੇਠ ਆ, ਦੌਲਤ ਉਹਦੀ ਦਾ ਅੰਤ ਸ਼ੁਮਾਰ ਕੋਈ ਨਹੀਂ, ਉਹ ਆਖਰੀ ਦਮਾਂ ਤੇ ਆ, ਜਹਾਨ ਛੱਡਣ ਵਾਲਾ, ਤੇ ਲੋਕ ਉਹਦੇ ਆਖਰੀ ਦਰਸ਼ਨਾਂ ਨੂੰ ਜਾਂਦੇ। ਕਬੀਰ ਸਾਹਿਬ ਨੇ ਸੋਚਿਆ ਕਿ ਚਲੋ ਸ਼ਹਿਰ ਵਿੱਚ ਵਸੇਬਾ ਹੋਣ ਕਰਕੇ ਅਸੀਂ ਵੀ ਕਰੋੜਪਤੀਏ ਸੇਠ ਦੇ ਦਰਸ਼ਨ ਕਰ ਲਈਏ। ਜਿਸ ਵੇਲੇ ਕਬੀਰ ਸਾਹਿਬ ਉੱਥੇ ਅੰਦਰ ਗਏ ਤੇ ਉਹ ਸੇਠ ਦੇ ਆਲੇ ਦੁਆਲੇ ਵੈਦ ਲੋਕ, ਤਬੀਬ ਲੋਕ, ਹਕੀਮ ਲੋਕ ਬੈਠੇ ਹੋਏ ਤੇ ਕਬੀਰ ਸਾਹਿਬ ਵੀ ਚੌਂਕੜਾ ਮਾਰ ਕੇ ਤੇ ਬਹਿ ਗਏ। ਪਹਿਲਾ ਵੈਦ ਬੋਲਿਆ ਹਕੀਮ, ਕਹਿੰਦਾ ਮੈਨੂੰ 7 ਪੁਸ਼ਟਾਂ ਹੋ ਗਈਆਂ ਦਰਮਲ ਦਾਰੂ ਕਰਦਿਆਂ, ਮੇਰਾ ਇੱਕ ਦਿੱਤਾ ਹੋਇਆ ਨੁਕਸਾ, ਮੇਰੀ ਇੱਕ ਦਿੱਤੀ ਹੋਈ ਕੁੜੀ ਰੋਗੀ ਦੇ ਅੰਦਰ ਚੱਲਦੇ ਤਾਂ ਮੌਤ ਚੀਜ਼ ਕਿਹੜੀ ਹੈ ਰੋਗੀ ਨੂੰ ਮਾਰ ਸਕੇ। ਜਿਸ ਵੇਲੇ ਉਹਦੀ ਗੱਪ ਸੁਣੀ ਤੇ ਕਬੀਰ ਸਾਹਿਬ ਹੱਸ ਪਏ। ਤੇ ਦੂਸਰਾ ਬੋਲਿਆ, ਉਹ ਕਹਿੰਦਾ ਮੈਨੂੰ 20 ਪੁਸ਼ਤਾਂ ਹੋ ਗਈਆਂ ਦਰਮਲ ਦਾਰੂ ਕਰਦਿਆਂ, ਉਹ ਮੈਂ ਤੇ ਉਸ ਕਮਰੇ 'ਚ ਚੱਲਣਾ ਜਿੱਥੇ ਰੋਗੀ ਬਿਮਾਰ ਹੋਵੇ ਤੇ ਮੌਤ ਤੋਂ ਪਰ ਲਾ ਕੇ ਉੱਡ ਜਾਂਦੀ ਹੈ। ਕਬੀਰ ਸਾਹਿਬ ਨੇ ਉਹਦੀ ਫੇਰ ਗੱਪ ਸੁਣੀ ਤੇ ਫੇਰ ਹੱਸ ਕੇ ਚੁੱਪ ਕਰ ਗਏ। ਇੱਕ ਦਾਨਾ ਕਬੀਰ ਵੱਲ ਵੇਖਦਾ ਸੀ, ਉਹ ਕਹਿੰਦਾ ਸੰਤ ਜੀ ਤੁਸੀਂ ਨਾਮ ਅਭਿਆਸੀ ਜੇ ਤੇ ਹੱਸਦੇ ਜੇ ਗੱਲ ਸੁਣ ਕੇ ਤੇ ਚੁੱਪ ਕਰ ਜਾਂਦੇ ਜੇ ਕੁਝ ਬੋਲੋ। ਕਬੀਰ ਸਾਹਿਬ ਕਹਿੰਦੇ ਮੇਰਾ ਬੋਲਿਆ ਫਿਰ ਤੁਹਾਨੂੰ ਚੰਗਾ ਨਹੀਂ ਲੱਗਣਾ। ਉਹ ਕਹਿੰਦੇ ਨਹੀਂ ਸੰਤ ਜੀ ਕੁਝ ਬੋਲੋ। ਤੇ ਕਬੀਰ ਸਾਹਿਬ ਬੋਲੇ ਕਿ ਵੈਦ ਕਹੇ ਮੈਂ ਹੂੰ ਭਲਾ, दारू मेरे वस ए तो वस्त गोपाल की जग भावे ले खस। कबीर ए धन जाएगो सको तो लियो गहोर, नांगे पाप ते गए जिनके लाख करोड़। कबीर वैद मुआ दारू मुआ मुआ सब संसार, एक कबीरा नाम हुआ जो ना ही रोमनहार। ਜਿਹੜੇ ਚੰਗੇ ਕੰਮ ਕਰ ਜਾਂਦੇ ਨੇ, ਜਿਹੜੇ ਇਨਸਾਨ ਤੇ ਆਪਣੀਆਂ ਯਾਦਾਂ ਚੰਗੀਆਂ ਛੱਡ ਜਾਂਦੇ ਨੇ, ਜਿਹੜੇ ਆਪਣੇ ਇਲਾਕੇ ਵਾਸਤੇ ਕੁਝ ਕਰ ਜਾਂਦੇ ਨੇ, ਉਹ ਬੰਦੇ ਸਦਾ ਅਮਰ ਰਹਿੰਦੇ ਨੇ, ਉਹ ਨਹੀਂ ਮਰਦੇ। ਮਰਦੇ ਉਹ ਹੀ ਨੇ ਜਿਹੜੇ ਮਾੜੇ ਕੰਮ ਕਰਕੇ ਜਾਂਦੇ ਨੇ। ਇੱਥੇ ਵੇਖੋ, ਮੈਂ ਇੱਕ ਚਿੱਟੀ ਪੱਗ ਬੰਨ੍ਹਣਾ ਤੇ ਚਿੱਟਾ ਸੂਟ ਪਾ ਲਾ ਤੇ ਮੈਂ ਕਹਾਂ ਮੈਂ ਕਾਂਗਰਸੀ ਹਾਂ, ਕੋਈ ਏਡੀ ਵੱਡੀ ਗੱਲ ਨਹੀਂ ਕਾਂਗਰਸੀ ਬਣਨਾ। ਜਾਂ ਮੈਂ ਨੀਲੀ ਪੱਗ ਬੰਨ ਲਿਆ ਤੇ ਮੈਂ ਕਹਾਂ ਮੈਂ ਬੜਾ ਵੱਡਾ ਕਾਲੀ ਹਾਂ, ਕੋਈ ਏਡੀ ਵੱਡੀ ਗੱਲ ਨਹੀਂ ਕਾਲੀ ਬਣਨਾ। ਔਖਾ ਸਿਰਫ ਵਾ ਇੱਕ ਚੰਗਾ ਇਨਸਾਨ ਬਣਨਾ, ਕਿਸੇ ਦੇ ਕੰਮ ਆਉਣਾ। ਇਹ ਸਭ ਤੋਂ ਵੱਡੀ ਚੰਗਿਆਂ ਬੰਦਿਆਂ 'ਚ ਸੋਚ ਹੁੰਦੀ ਆ। ਮੈਂ ਕਹਿੰਦਾ ਇਹੋ ਜਿਹੀ ਮੌਤ ਜਾਣਾ ਤੇ ਸਾਰਿਆਂ ਹੀ ਆ, ਇਹੋ ਜਿਹੀ ਮੌਤ ਹਰ ਇੱਕ ਨੂੰ ਆਵੇ। ਨਾ ਕਿਸੇ ਕੋ ਸੇਵਾ ਕਰਾਈ, ਮੈਂ ਤਾਂ ਕਹਿੰਦਾ ਮਹਾਂਪੁਰਸ਼ਾਂ ਵਾਲੀ, ਕਿਉਂਕਿ ਉਹਨਾਂ ਨੂੰ ਗੀਤਾ ਪਤਾ ਲੱਗ ਗਿਆ ਹੈਗਾ। ਜਿੱਦਣ ਸਾਡੀ ਨਿਰਮਲਜੀਤ ਕੁੜੀ ਨੇ ਕਿਹਾ ਨਾ ਵੀ ਬਾਪੂ ਜੀ ਮੇਰੀਆਂ ਕਲਾਸਾਂ ਲੱਗਦੀਆਂ ਨੇ, ਉਹ ਮੇਰਾ ਖਿਆਲ ਜੱਜ ਤੱਕ ਪੁੱਛਦੇ ਨੇ ਗੱਲ, ਤੇ ਮਹਿਮਾਨ ਆ ਜਾਣਗੇ ਤੇ ਉਹਨਾਂ ਨੇ ਗਾਲੀਆਂ ਕਿਹਾ ਮੈਂ ਤੇਰਾ ਗ੍ਰੈਂਡਫਾਦਰ ਹਾਂ, ਤੇ ਫੇਰ ਤੂੰ ਪਛਤਾਉਣਾ, ਅੱਜ ਤੈਨੂੰ ਆਉਣਾ ਪਏਗਾ।
ਉਹ ਆਏ, ਵੇਖੋ ਵਿਚਾਰ ਕੀਤੇ, ਆਪ ਹੀ ਇਹ ਗੱਲ ਕਹਿਤੀ ਵੀ ਮੇਰੀ ਗੱਲ ਹੁਣ ਹੋ ਗਈ ਆ, ਤਾਰ ਜੁੜ ਗਈ ਆ ਤੇ ਬਾਬੇ ਨੇ ਲੈ ਜਾਣਾ ਚੱਲਦੇ ਫਿਰਦੇ। ਇਹ ਪਰਿਵਾਰ ਨੂੰ ਚੰਗੇ ਸੰਸਕਾਰ ਦਿੱਤੇ ਨੇ, ਚੰਗੇ ਬੱਚੇ ਨੇ, ਚੰਗਾ ਪਰਿਵਾਰ ਲੋਕਾਂ 'ਚ ਵਿਚਰਦਾ। ਇਹ ਚੰਗੇ ਮਾਂ-ਬਾਪ ਦੀ ਜਿਹੜੀ ਨਿਸ਼ਾਨੀ ਆ। ਮੈਂ ਆਪ ਅਧੂਰਾ, ਮੈਂ ਇਹੋ ਜਿਹੇ ਨੇਕ ਇਨਸਾਨ ਨੂੰ ਕੀ ਸ਼ਰਧਾਂਜਲੀ ਦੇ ਸਕਦਾ। ਮੈਂ ਤੇ ਕੇਵਲ ਤੋਂ ਕੇਵਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰ ਸਕਦਾ ਕਿ ਹੇ ਸੱਚਿਆ ਪਾਤਸ਼ਾਹ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਦੇਈ ਤੇ ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਤੇ ਬਾਣੀ ਦੁਆਰਾ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸਭਾਨ ਸਰਦਾਰ ਜੋਗਿੰਦਰ ਸਿੰਘ ਗਿੱਲ ਦੀ ਅੰਤਮ ਅਰਦਾਸ ਦੇ ਵਿੱਚ ਖਤਰੇ ਸਾਸਨ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। क्या जाने कि मेरे कैसा मरना हुए जेकर सह मरना पिछले सहना मरना मान रखाए मंडल में आए कि महाबापर साहब सरदार जोगिंदर सिंह गिल भी उस अकाल पुरख वालों बख्शे विश्वासा की पूंजी को समेटते हुए संसार को पूछ कर गया। अज आप सारे ही दोस्त मित्र रिश्तेदार उन्होंने श्रद्धा के फुल पेड़ करने एकत्र हुए। सहले मन तो भाव जो मेथों पहला बुलारे बोल के गए हैं कि उन्होंने जी मौत सी वो सहली मौत सी कि उन्होंने हर चीज तो संतुष्ट है। ये दुनियादारी तो परिवार तो और हर पास सुखी हो गए तो मिनटा सकेंडा इन्होंने अपना ही पहले ये फोरकास्टिंग करती कि मैं जाना। बाकी एक सहली मौत है, किसी ने कोई सेवा करने का मौका नहीं दिता, किसी का दिल नहीं दिखाया और सारी जिंदगी एक बहुत ही रंगीले रंगले सजण में उन्होंने अपनी बताई। मेरा भी उन्होंने काफ़ी नेड़ता वाली परवाना तो है ही है, उन्होंने भी सुनेह से और कई बार स्पैशल चेचे तौर पर वो सुनेहा दिते सी मेरी गल सुन के जाए, क्योंकि अंदर राजनीति भी बहुत कुट के भरे हुए सी और समय के मुताबिक किहड़ा बयान देना की करना है वो उत्ते भी पूरा अखबार पढ़ के ध्यान देते सानू आ चीज़ कहने की जरूरत है, आ गल करने की लोड़ है कि लोगों के किवें प्रचार करना, लोगों को किवें एक गल दसनी है कि असीं की कीता। और सब तो वड्डी गल कि वो सैकुलर सोच के आदमी सी, फिरका प्रस्त नहीं सी। ये सब तो वड्डी इंसान की खूबी हुंदी है कि जो सैकुलर होवे उन्होंने सारे एको जिहे लगते हैं और जो सारे एको जिहे लगते हैं फिर उन्होंने सारे लोग ही प्यार करते हैं। और मैं उनके परिवार का शहर देख के उन्हें गलबात करना तरीका वेख के उन्होंने जनरल नॉलेज देख के बंदा हर एक हैरान होता कि जो उन्होंने मिलना जिवें भाई साहब दसे उन्होंने अवार्ड मिले तो उन्होंने बड़ा सोहना जमले को गाया और वो एक ऐसी सारे लोगों ने सुनी जी वीडियो सी कि सारे बंदे कहते यार तक जमला भी बात बात है। इस तरह के इंसान जो दुनिया च पैदा होते जाते हैं उन्हें जानते हैं बहुत वड्डी कहानी। उनके सपुत्र सरदार रणजीत सिंह गिल जो कि मेरे नाल सच्ची बाह बन के विचरते हैं, उदों छोटे साहब अमरजीत सिंह, उदों छोटे सरदार महेंद्र सिंह जिहड़े कि USA दे विच अपना बहुत वधिया उन्होंने बिजनेस एस्टैबलिश किया, मैं उन्होंने भी उत्थे मिल के आया। उदों गाहां दे जिहड़े थर्ड जिहड़ी जनरेशन है
वो भी बहुत प्यारे बच्चे ने, सारे आग्याकार ने। सब तो वड्डी गल है सारा परिवार नशा रहे। इस युग दे विच ये बहुत घट परिवारों च वेखण नूं मिलदा कि जिथे परिवार नशा रहत होवे ते बाणी दा धारनी होवे, गुरु घर दा आग्याकारी होवे ते परिवार च अटुट विश्वास होवे। ये चीज़ां आम तौर पर बहुत वेखण नूं घट मिलदियां। और मैं ये गल जरूर कहूँगा कि सरदार जोगिंदर सिंह गिल भावें साडे च नहीं रहे, पर उन्होंने फरजंद, उनकी फुलवाड़ी इस तरह ही महका बनती रहेगी। इस तरह ही समाज के विच जो अज रुतबा है ना इस परिवार का, इनू होर अगे लेके जाएगी। यही उन्होंने असल में शहादत के फुल ने। मैं तो पहला जो गवर्नर साहब बोल के गए हैं या माजी चक जी बोल के गए हैं, मैनू भी उत्थे गुरदासपुर जो इलैक्शन होया सी बतौर इंचार्ज जाण दा उत्थे ना पिंड का मौका मिलिया, तो उत्थे भी रतोआल के लागे शागे के पिंडों के विच भी सरदार जोगिंदर सिंह गिल का नाम, धारीवाल का नाम बहुत लोगों के जवान उत्ते हुंदा सी। इसलिए अज उन्हें जान का जिथे रणजीत सिंह गिल होरां नूं दुख है, उत्थे परिवार नूं दुख है, उत्थे सानूं सारिआं नूं बहुत बड़ा घट है कि साडे कोल एक बहुत ही असारू सोच वाले तो बहुत ही अगांह-वधू इंसान चले गए जिन्हें जाण का कदे भी भरपाई नहीं हो सकती, पर उस कालपुरख का पाना जिवें टाल नहीं सकते। मैं अंत विच अपने वालों, अपने परिवार वालों, कांग्रेस पार्टी वालों और सरकार का छोटा जिहा वजीर होने के नाते ते प्लस सूबे के मुख्यमंत्री कैप्टन अमरिंदर सिंह वालों ते मनीष तिवाड़ी और साडे मैंबर पार्लीमेंट उन्होंने उन्होंने शरधा के फुल भेंट करदा ते वाहिगुरू के चरणों च अरदास करदा कि सच्चे पातशाह उन्होंने अपने चरणों च निवास बख्शो ते सानूं सारिआं नूं भाणा मनण दा बल बख्शो। ते दूसरी गल ये है कि जिन्नी भी संगत इलाके के बहुत सारे पंच सरपंच पतवंते सज्जन रिश्तेदार दोस्त मित्र भैन भरा चल के आए हैं, उन्होंने सारिਆਂ का भी मैं तह दिलों धन्यवाद करदा कि तुसीं अज दुख की घड़ी शरीक हो के जो परिवार नाल दुख साझा किया है। तुहाडा कोट कोट धन्यवाद।